सतनाम श्री वाहिगुरु साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। तेरे कवण कवण गुण कह कह गावां, तू साहिब गुणी निधाना। तुमरी महिमा बरन ना साकों, तू ठाकुर ऊंच भगवाना। जेता समुंद सागर नीर भरिया, तेते अवगुण हमारे। दया करो किश मेहर उपाओ, डुबदे पत्थर तारे। सतनाम श्री वाहिगुरु साहिब जीओ। श्री राग महला पहला। एह मनो मूर्ख लोबिया, लोभै लगा लोभान। शब्द ना भीजै साकता, दुरमत आवण जान। साधु सतगुर जे मिलै, तां पाइयै गुणी निधान। मन रे हउमै छोड़ गुमान, हर गुर सरवर सेव तूं। पावहैं दरगा मान रहाओ। राम नाम जप दिन रात, गुरमुख हर धन जान। सब सुख हर रस भोगणे, संत सभा मिल ज्ञान। नित अहनिस हर प्रभ सेविया, सतगुरु दिया नाम। कूकर कूड़ कमाईऐ, गुर निंदा पचै पचान। पर मैं भूला दुख कणों, जम मार करै खुलहान। मनमुख सुख ना पाइयै, गुरमुख सुख सोभान। ऐथै धंध पिटाइयै, सच लिखत परवान। हर सज्जन गुरु सेवंदा, गुर करणी प्रधान। नानक नाम ना विसुरै, कर्म सच्चै निशान। वाहिगुरु जी का खालसा, वाहिगुरु जी की फतेह। जुगो जुग अटल चवर छत्र तख्त दे मालक, हाजरा हजूर साहिब कमाल। धन धन श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल परिपूर्ण परमात्मा वाहिगुरु अकाल पुरख जी ने सवासां दी महालत बख्शी है। सवासां दी महालत नूं सफला बनाउंदियां होइयां रोजाना जो लड़ीवार गुरु शब्द की कथा फेसबुक लाइव ऑडियो के राही ते गुरबाणी विचार व्हाट्सएप ग्रुप के राही जो आप जी की सेवा दे विच लैके हाज़र हो रहे हैं। हुण तक श्री राग दे पावन 18 नंबर शब्द तक विचार कर चुके हैं। अज 19 नंबर शब्द की विचार आप जी के सरमुख रखन लगे हैं। शब्द दे
ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ ਤੇ ਇੱਕ ਬੰਦ 3 ਤੁਕਾਂ ਦਾ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਗੁਰੂ ਸ਼ਬਦ ਦੇ ਵਿੱਚ ਮਨੁੱਖ ਦੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ, ਜਿਹੜਾ ਮਨ ਹਰ ਵਕਤ ਲਾਲਚੀ ਹੈ, ਹਰ ਵਕਤ ਲਾਲਚਵਾਦਾ ਸੁਭਾਅ ਨੂੰ ਆਪਣੇ ਜੀਵਨ 'ਚ ਅਪਣਾ ਕੇ ਬੈਠਾ ਹੈ, ਤੇ ਐਸੇ ਲਾਲਚੀ ਲੋਭੀ ਮਨੁੱਖ ਨੂੰ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਸੱਚ ਦੇ ਰਾਹ ਤੇ ਤੁਰਨ ਦੀ ਜੁਗਤੀ ਸਮਝਾਈ ਹੈ, ਤਾਕੀਦ ਕੀਤੀ ਹੈ ਕਿ ਤੂੰ ਸੱਚ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਵਸਾ। ਸ਼੍ਰੀ ਰਾਗ ਦੀ ਜਿਤਨੀ ਵੀ ਰਚਨਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀਤੀ ਹੈ, ਇਸ ਪਾਵਨ ਸ਼ਬਦਾਂ ਦੇ ਵਿੱਚ ਬਹੁਤਾਤ ਵਾਰੀ ਆਪ ਜੀ ਨੂੰ ਬਾਰ-ਬਾਰ ਇਹ ਗੱਲ ਸਾਹਮਣੇ ਆਵੇਗੀ ਕਿ ਸਤਿਗੁਰੂ ਜੀ ਇਸ ਚੰਚਲ ਅਵੈੜੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਗੁਰਮਤਿ ਦੀ ਸਿਧਾਂਤਾਂ ਨੂੰ ਜੀਵਨ ਵਿੱਚ ਅਪਣਾ ਕੇ ਇੱਕ ਅਕਾਲ ਪੁਰਖ ਨੂੰ ਮਾਨਵਤਾ ਵਿੱਚ ਵੇਖਦਿਆਂ ਹੋਇਆਂ ਪ੍ਰਮਾਤਮਾ ਵਰਗਾ ਚੰਗਾ ਜੀਵਨ, ਉਹਦੇ ਵਰਗੇ ਗੁਣ ਜੀਵਨ ਵਿੱਚ ਅਪਣਾਉਣ ਦੀ ਤਾਕੀਦ ਕੀਤੀ ਗਈ ਹੈ। ਸਭ ਤੋਂ ਪਹਿਲਾਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਆਪਣੇ ਸਮੁੱਚੇ ਸਰੋਤੇ ਜਨਾਂ ਨੂੰ, ਜੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰੂ ਗੁਰੂ ਪਾਵਨ ਜੀ ਦੀ ਬਾਣੀ, ਗੁਰੂ ਸ਼ਬਦ ਨੂੰ ਸਰਵਣ ਕਰਦੇ ਨੇ। ਮੇਰਾ ਮਕਸਦ ਆਪਣੀ ਵਿਦਵਤਾ ਦੱਸਣ ਦਾ ਨਹੀਂ ਹੈ, ਨਾ ਮੈਂ ਕੋਈ ਵਿਦਵਾਨ ਆ ਤੇ ਨਾ ਹੀ ਕੋਈ ਇੰਨਾ ਸਿਆਣਾ ਸਮਝਦਾਰ ਆ। ਬਸ ਇੱਕ ਪ੍ਰੇਮ ਹੈ ਗੁਰਬਾਣੀ ਦੇ ਪਰਥਾਏ ਤੇ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਤੇ ਉਸ ਸਿੱਖਿਆਰਥੀ ਬਣ ਕੇ ਇਹ ਭਾਵਨਾ ਹੈ ਕਿ ਆਪਾਂ ਰਲ ਮਿਲ ਕੇ ਫੇਸਬੁੱਕ ਮਾਧਿਅਮ ਦੇ ਰਾਹੀਂ ਗੁਰਬਾਣੀ ਦੇ ਨਾਲ ਜੁੜੀਏ ਤੇ ਆਪਣੇ ਜੀਵਨ ਨੂੰ ਸਤਿਗੁਰੂ ਕੇ ਉਪਦੇਸ਼ਾਂ ਦੇ ਨਾਲ ਸਫਲ ਕਰੀਏ। ਸੋ ਆਪ ਜੀ ਦਾ ਬੜਾ ਪਿਆਰ ਸਤਿਕਾਰ ਮਿਲਦਾ ਹੈ, ਬਹੁਤ ਸਤਿਕਾਰ ਦੇ ਨਾਲ ਆਪ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਮਾਂ ਕੱਢ ਕੇ ਗੁਰਬਾਣੀ ਦੀ ਇਹਨਾਂ ਉਪਦੇਸ਼ਾਂ ਨੂੰ ਜੀਵਨ ਵਿੱਚ ਵਸਾਉਂਦੇ ਹੋ ਤੇ ਸਰਵਣ ਕਰਦੇ ਹੋ, ਵੱਧ ਤੋਂ ਵੱਧ ਸ਼ੇਅਰ ਕਰਦੇ ਹੋ, ਤਾਂ ਕਿ ਆਪਾਂ ਇਸ ਕੀਮਤੀ ਸਮੇਂ ਦਾ ਲਾਹਾ ਲੈ ਸਕੀਏ ਤੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਸੋ ਅੱਜ ਦਾ ਜਿਹੜਾ ਸ਼ਬਦ ਹੈ ਸ਼੍ਰੀ ਰਾਗ ਦਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ ਅੰਕ ਨੰਬਰ 21 ਦੇ ਉੱਤੇ ਸੁਭਾਏਮਾਨ ਹੈ। ਸ਼੍ਰੀ ਰਾਗ ਦਾ ਇਹ ਪਾਵਨ ਸ਼ਬਦ ਹੈ ਤੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ ਹੈ। ਤੇ ਅੱਜ ਦੇ ਬੰਦ ਵਿੱਚ ਸਤਿਗੁਰੂ ਜੀ ਕੀ ਸਮਝਾ ਰਹੇ ਨੇ, ਆਓ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰੀਏ, ਜਾਣਨ ਦਾ ਯਤਨ ਕਰੀਏ, ਸਮਝਣ ਦੀ ਕੋਸ਼ਿਸ਼ ਕਰੀਏ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਜੀ ਕਹਿ ਰਹੇ ਨੇ, ਮਨ ਰੇ ਹਉਮੈ ਛੋੜ ਗੁਮਾਨ। ਯਕੀਨ ਕਰਕੇ ਜਾਣਿਓ, ਮੈਂ ਵੀ ਵਿੱਚ ਹੀ ਹਾਂ। ਸਭ ਤੋਂ ਵੱਡੀ ਬਿਮਾਰੀ ਜਿਹੜੀ ਮਨੁੱਖ ਨੂੰ ਇਸ ਜੀਵਨ 'ਚ ਲੱਗੀ ਹੈ ਨਾ, ਉਹ ਹੈ ਹਉਮੈ ਦੀ, ਮੈਂ ਮੇਰੀ ਦੀ, ਹਰ ਵਕਤ ਮੈਂ ਕਰਨ ਦੀ। ਇਹ ਧਾਰਮਿਕ ਜੀਵਨ ਦੇ ਵਿੱਚ ਵੀ ਮੈਂ ਹੀ ਕਰਦਾ ਰਹਿੰਦਾ ਹੈ। ਚੰਗਾ ਕੰਮ ਕਰਦਾ ਤਾਂ ਵੀ ਮੈਂ ਹੀ ਕਰਦਾ ਹੈ। ਮੈਂ ਬਾਣੀ ਪੜ੍ਹਦਾ, ਮੈਂ ਗੁਰਦੁਆਰੇ ਜਾਂਦਾ, ਮੈਂ ਪਾਠ ਕਰਦਾ, ਮੈਂ ਵਿਦਵਤਾ ਦੀ ਖੋਜ ਕਰਦਾ, ਮੈਂ ਗੁਰਬਾਣੀ ਨੂੰ ਸਮਝਦਾ, ਹਰ ਜਗ੍ਹਾ ਇਹ ਮੈਂ ਕਰਦਾ। ਇਹੀ ਮੈਂ ਇਹਦੀ ਜਿਹੜੀ ਅੱਗੇ ਲੱਗੀ ਹੈ, ਇਹਦੇ ਚੰਗੇ ਗੁਣਾਂ ਨੂੰ ਤਬਾਹ ਕਰਦੀ ਜਾ ਰਹੀ ਹੈ। ਇਹ ਸੱਚ ਨੂੰ ਵਿਹਾਜਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਕੋਈ ਮਨੁੱਖ ਪਰਾਲੀ ਪੰਡ ਦੀ ਬੰਨ੍ਹ ਲਵੇ, ਘਾਹ ਫੂਸ ਬੰਨ੍ਹ ਲਵੇ ਤੇ ਉਹਦੇ ਵਿੱਚ ਇੱਕ ਨਿੱਕੀ ਜਿਹੀ ਮਾਚਿਸ ਦੀ ਤੀਲੀ ਸੁੱਟ ਦੇਵੇ ਤੇ ਸਾਰੀ ਅੱਗ ਸੜ ਕੇ ਸਵਾਹ ਹੋ ਜਾਵੇਗੀ। ਕਿਸੇ ਨੇ ਰੂੰ ਆਪਣੇ ਘਰ ਵਿੱਚ ਇਕੱਠਾ ਕੀਤਾ ਹੋਵੇ ਬੜੀ ਮਿਹਨਤ ਦੇ ਨਾਲ, ਤੇ ਉਹਦੇ ਵਿੱਚ ਕੋਈ ਅੱਗ ਦੀ ਚਵਾਤੀ ਸੁੱਟ ਦੇਵੇ, ਉਹ ਰੂੰ ਦੀ ਪੰਡ ਸੜ ਜਾਵੇਗੀ, ਸੁਆਹ ਹੋ ਜਾਵੇਗੀ। ਇਵੇਂ ਅਸੀਂ ਕੋਸ਼ਿਸ਼ ਕਰਦੇ ਹਾਂ ਚੰਗੇ ਗੁਣਾ ਰੂਪੀ ਰੂੰ ਨੂੰ ਆਪਣੇ ਵਿੱਚ ਇਕੱਠਾ ਕਰਨ ਦੀ। ਕਿਤੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਵੀ ਮੈਂ ਚੰਗਾ ਕੰਮ ਅੱਜ ਕੋਈ ਕੀਤਾ ਹੈ, ਅੱਜ ਮੈਂ ਕਿਸੇ ਦਾ ਭਲਾ ਕੀਤਾ ਹੈ, ਅੱਜ ਮੌਕਾ ਮਿਲਿਆ ਸੀ ਕਿਸੇ ਦੇ ਨਾਲ ਖੜਨ ਦਾ, ਸੋ ਅੱਜ ਮੈਂ ਖਲੋਤਾ ਸੀ। ਅੱਜ ਮੌਕਾ ਮਿਲਿਆ ਸੀ ਸੱਚ ਤੇ ਪਹਿਰਾ ਦੇਣ ਦਾ, ਸੋ ਮੈਂ ਅੱਜ ਸੱਚ ਤੇ ਪਹਿਰਾ ਦਿੱਤਾ ਸੀ।
ਅੱਜ ਮੌਕਾ ਮਿਲਿਆ ਸੀ ਕਿਤੇ ਕਿਸੇ ਨਾਲ ਦਇਆ ਤੇ ਭਾਵਨੀ ਤੇ ਪ੍ਰੇਮ ਦੇ ਸ਼ਬਦ ਬੋਲਣ ਦਾ, ਇਹ ਮੌਕਾ ਮਿਲਿਆ ਸੀ। ਹੁਣ ਜਦੋਂ ਮੈਂ ਇਹ ਕੰਮ ਤੇ ਚੰਗਾ ਸੀ ਨਾ, ਚੰਗੇ ਗੁਣ ਮੈਂ ਆਪਣੇ ਅੰਦਰ ਇਕੱਠੇ ਕੀਤੇ ਸੀ, ਪਰ ਮੈਂ ਨਾਲ ਇਹਦੇ ਵਿੱਚ ਇੱਕ ਅਹੰਗ ਤੇ ਇੱਕ ਹਉਮੈ ਵਿੱਚ ਜੀਣ ਲੱਗ ਪਿਆ। ਸ਼ਾਇਦ ਇਹ ਮੈਂ ਕੀਤਾ ਹੈ। ਜਦੋਂ ਮੈਂ ਇਹ ਮੈਂ ਜੋੜ ਲਿਆ ਨਾ, ਤੇ ਸਤਿਗੁਰੂ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਕਹਿੰਦੇ ਇੱਧਰ ਇੰਨੇ ਕੀਮਤੀ ਖਜ਼ਾਨਾ ਚੰਗੇ ਗੁਣਾਂ ਦਾ, ਭਲੇ ਕੰਮਾਂ ਦਾ ਇਕੱਠਾ ਕਰਕੇ ਹਜੇ ਰੱਖਿਆ ਹੀ ਸੀ ਕਿ ਹਉਮੈ ਰੂਪੀ ਚੋਰ ਨੂੰ ਪਤਾ ਲੱਗ ਗਿਆ ਵੀ ਇਹਨੇ ਸੱਚ ਇਕੱਠਾ ਕੀਤਾ ਹੈ। ਉਹ ਨਾਲ ਹੀ ਆ ਖਲੋਤਾ ਤੇ ਇਹਦੇ ਮੂੰਹ 'ਚੋਂ ਇਹ ਕਵਾ ਦਿੱਤਾ ਵੀ ਮੈਂ ਕੀਤਾ ਹੈ। ਬਸ ਸਭ ਕੁਝ ਸੜ ਕੇ ਸੁਆਹ ਹੋ ਗਿਆ, ਉੱਥੇ ਦਾ ਉੱਥੇ ਹੀ ਜੀਵਨ ਰਹਿ ਗਿਆ। ਪਰ ਗੁਰਮੁਖ ਸੁਚੇਤ ਹੈ, ਗੁਰਮੁਖ ਸਮਝਦਾਰ ਹੈ, ਗੁਰਮੁਖ ਜਾਗਦਾ ਹੈ। ਬਾਬਾ ਕਬੀਰ ਜੀ ਨੇ ਬਾਰ-ਬਾਰ ਇਹ ਗੱਲ ਪਤਾ ਕਿਉਂ ਕਹੀ ਹੈ? ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਭਲਾ ਕਿਉਂ ਕਹੀਏ ਬਾਰ-ਬਾਰ ਗੱਲ? ਚੋਰੀ ਉਦੋਂ ਹੁੰਦੀ ਹੈ ਜਦੋਂ ਮਨੁੱਖ ਸੁੱਤਾ ਹੋਵੇ। ਜਾਗਦਿਆਂ ਘਰਾਂ ਦੇ ਵਿੱਚ ਕਦੀ ਚੋਰੀ ਨਹੀਂ ਹੁੰਦੀ। ਬਾਬਾ ਕਬੀਰ ਜੀ ਕਹਿੰਦੇ ਇੱਕ ਬੰਨੇ ਚੰਗੇ ਗੁਣ ਇਕੱਠੇ ਕਰ ਰਿਹਾ ਹੈ, ਖਜ਼ਾਨਾ ਇਤਨਾ ਇਕੱਠਾ ਕਰਕੇ ਤੇ ਸੌਂ ਗਿਆ ਹੈ। ਉੱਠ ਭਾਈ ਜਾਗ। ਜਿਸ ਪਰਿਪੂਰਨ ਪ੍ਰਮਾਤਮਾ ਨੇ ਤੇਰੇ ਅੰਦਰ ਚੰਗੇ ਗੁਣ ਖਿਆਲਾਤ ਪੈਦਾ ਕੀਤੇ ਨੇ, ਉਹਦੀ ਸੰਭਾਲ ਕਰ। ਜੇ ਸੁੱਤਾ ਹੀ ਰਹਿ ਗਿਓ, ਕਬੀਰ ਸੁੱਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾਂ ਕੈ ਸੰਗ ਤੈਂ ਵਿਛੁਰਾ ਤਾਂ ਹੀ ਕੈ ਸੰਗ ਲਾਗ। ਉਹਦੇ ਨਾਲ ਲੱਗ ਜਿੱਤੋਂ ਵਿਛੜੇ ਹੈ, ਪਰ ਇਹਨੂੰ ਸਮਝ ਨਹੀਂ ਗਈ। ਇਸ ਵਿਕਾਰਾਂ ਦੀ ਬੋਲੀ ਬੋਲਣ ਲੱਗ ਪੈਂਦਾ ਹੈ। ਮੈਂ ਸ਼ਾਇਦ ਧਰਮੀ ਹਾਂ, ਮੈਂ ਸ਼ਾਇਦ ਨਿਤਨੇਮੀ ਹਾਂ, ਇਹ ਮੈਂ ਹੀ ਗੁਰਬਾਣੀ ਪੜ੍ਹ ਰਿਹਾ, ਮੈਂ ਹੀ ਅੰਮ੍ਰਿਤ ਵੇਲੇ ਉੱਠ ਰਿਹਾ, ਮੈਂ ਹੀ ਇਹ ਪਾਠ ਪੂਜਾ ਕਰ ਰਿਹਾ। ਸਤਿਗੁਰੂ ਕਹਿੰਦੇ ਤੂੰ ਕੌਣ ਹੁੰਦਾ ਹੈ ਕਰਨ ਵਾਲਾ? ਇਹ ਪ੍ਰਮਾਤਮਾ ਹੀ ਹੈ। ਚੰਗੇ ਗੁਣ ਹੇ ਵਾਹਿਗੁਰੂ ਜੀ ਤੁਸੀਂ ਬਖਸ਼ ਰਹੇ ਹੋ। ਤੇ ਸਹਿਬ ਕਹਿੰਦੇ ਮੰਨ ਰਹੇ, ਹੇ ਮੇਰੇ ਮਨ ਕਿਉਂ ਹਉਮੈ ਕਰਦਾ ਹੈ? ਹਉਮੈ ਛੋੜ ਗੁਮਾਨ। ਆ ਜਿਹੜਾ ਤੂੰ ਸਿਆਣਾ ਬਣਨ ਦਾ ਦਾਅਵਾ ਕਰਦਾ ਹੈ ਨਾ, ਬੜਾ ਅੱਜ ਮਨੁੱਖ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੀੜਾ ਹੈ ਕਿ ਇਹ ਸਭ ਤੋਂ ਜ਼ਿਆਦਾ ਸਿਆਣਾ ਹੈ। ਕਦੇ ਬੱਚੇ ਨੂੰ ਤੁਸੀਂ ਵੇਖੋ, ਬੱਚੇ ਨੂੰ ਹਮੇਸ਼ਾ ਨਾਦਾਨ ਕਿਹਾ ਜਾਂਦਾ ਹੈ। ਬੱਚੇ ਦਾ ਪਿਆਰ ਹੈ, ਹਰ ਕੋਈ ਬੱਚੇ ਦੀਆਂ ਗਲਤੀਆਂ ਮਾਫ ਕਰ ਦਿੰਦਾ ਹੈ। ਬੱਚੇ ਵਿੱਚ ਈਗੋ ਵੀ ਨਹੀਂ ਗੀ, ਇੱਧਰ ਲੜਦੇ ਨੇ ਫਿਰ ਇਕੱਠੇ ਹੋ ਜਾਂਦੇ ਨੇ। ਅਸੀਂ ਜਿੰਨੇ ਵੱਡੇ ਹੋ ਗਏ ਆ ਨਾ, ਉਨੇ ਸਿਆਣੇ ਹੋ ਗਏ ਆ, ਉਨੇ ਹੰਕਾਰ ਦੇ ਭਰੇ ਹੋ ਗਏ ਆ। ਮੇਰੀ ਭੈਣ ਮੇਰੇ ਨਾਲ ਨਹੀਂ ਬੋਲਦੀ, ਪਰ ਜੇ ਮੈਂ ਇਹ ਸੋਚ ਲਵਾਂ ਕਿ ਉਹ ਬੱਚੀ ਹੈ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਮੇਰਾ ਜਵਾਈ, ਮੇਰਾ ਜੀਜਾ ਮੇਰੇ ਤੋਂ ਨਾਰਾਜ਼ ਹੈ, ਪਰ ਜੇ ਮੈਂ ਹਉਮੈ ਮਾਰ ਕੇ ਪਿਆਰ ਨਾਲ ਉਹ ਰਿਸ਼ਤਾ ਜੋੜ ਲਵਾਂ, ਉਹ ਗੰਢ ਨਹੀਂ ਪਏਗੀ, ਟੁੱਟੂਗਾ ਨਹੀਂ, ਸਗੋਂ ਉਹ ਉਵੇਂ ਦਾ ਉਵੇਂ ਰਹੇਗਾ। ਪਰ ਮੈਂ ਜੇ ਇਹ ਹੰਕਾਰ ਰੱਖਾਂ, ਮੈਂ ਵੱਡਾ, ਮੈਂ ਕਿਉਂ ਝੁਕਾਂ, ਤੇ ਉੱਥੇ ਸਦੀਵੀ ਉਹ ਰਿਸ਼ਤਾ ਟੁੱਟ ਜਾਵੇਗਾ। ਇੱਕ ਹਉਮੈ ਦਾ, ਇੱਕ ਗੁਮਾਨ ਕਰਕੇ ਮੇਰੀ ਜ਼ਿੰਦਗੀ ਖਹਿਬੜ ਹੋ ਜਾਵੇਗੀ, ਜ਼ਿੰਦਗੀ ਬਰਬਾਦ ਹੋ। ਬਹੁਤੇ ਰਿਸ਼ਤੇ ਅਸੀਂ ਤੋੜੇ ਨੇ ਆਪਣੀ ਸਿਆਣਪ ਕਰਕੇ, ਬਹੁਤੇ ਰਿਸ਼ਤੇ ਅਸੀਂ ਤੋੜੇ ਨੇ ਆਪਣੀ ਸਿਆਣਪ ਵਿੱਚੋਂ ਨਿਕਲੇ ਹੋਏ ਕੌੜੇ ਬੋਲਾਂ ਕਰਕੇ। ਸਤਿਗੁਰੂ ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਪ੍ਰੀਤਾਂ ਟੁੱਟ ਜਾਂਦੀਆਂ ਨੇ ਬੁਰੇ ਬੋਲ ਬੋਲ ਕੇ। ਪਰ ਜੇ ਪਿਆਰ ਵਿਖਾਈਏ, ਨਿਮਰਤਾ ਵਿਖਾਈਏ, ਗੁਰਸਿੱਖੀ ਦਾ ਭੋਜਨ ਪਤਾ ਕੀ ਹੈ? ਗੁਰਬਾਣੀ ਦੀ ਖੁਰਾਕ, ਗੁਰਬਾਣੀ ਦਾ ਭੋਜਨ ਕੀ ਹੈ? ਇਹ ਜਿਵੇਂ ਜਿਵੇਂ ਜੀਵਨ ਦੇ ਵਿੱਚ ਵੱਸਦਾ ਜਾਂਦਾ ਹੈ ਨਾ ਮਨੁੱਖ ਦਾ ਜੀਵਨ, ਮਨੁੱਖ ਦਾ ਸਿਰ, ਮਨੁੱਖ ਦੀ ਸੋਚ ਉੱਚੀ ਹੁੰਦੀ ਜਾਂਦੀ ਹੈ ਤੇ ਮਨੁੱਖ ਦਾ ਮਨ ਨੀਵਾਂ ਹੁੰਦਾ ਜਾਂਦਾ ਹੈ। ਤੇ ਜਦੋਂ ਮਨ ਨੀਵਾਂ ਹੁੰਦਾ ਜਾਵੇਗਾ, ਸੋਚ ਉੱਚੀ ਹੁੰਦੀ ਜਾਵੇਗੀ, ਪਿਆਰ ਹਿਰਦੇ ਵਿੱਚ ਘਰ ਕਰਦਾ ਜਾਵੇਗਾ, ਫਿਰ ਅੰਦਰ ਦਇਆ ਜਨਮ ਲਵੇਗੀ, ਅੰਦਰ ਧਰਮ ਜਨਮ ਲਵੇਗਾ, ਅੰਦਰ ਹਿੰਮਤ ਜਨਮ ਲਵੇਗੀ, ਅੰਦਰ ਮੋਕਮਤਾ ਜਨਮ ਲਵੇਗੀ, ਅੰਦਰ ਸਾਹਿਬੀ ਜਨਮ ਲਵੇਗੀ। ਇਹ ਸਭ ਕੁਝ ਤਾਂ ਤਤਪਰ ਹੋਵੇਗਾ ਮੰਨ ਰਹੇ ਹੇ ਮਨ, ਜਦੋਂ ਹਉਮੈ ਛੋੜ ਗੁਮਾਨ, ਜਦੋਂ ਹਉਮੈ ਛੱਡ ਦੇਵੇਂਗਾ, ਹੰਕਾਰ ਛੱਡ ਦੇਵੇਂਗਾ। ਹਰ ਗੁਰ ਸਰਵਰ ਸੇਵਤੂ ਪਾਵਹਿ ਦਰਗਾ ਮਾਨ ਰਹਾਓ। ਸਰਵਰ ਹੁੰਦਾ ਹੈ ਸ੍ਰੇਸ਼ਟ ਤਲਾਬ, ਸ਼੍ਰੋਮਣੀ ਸਰੋਵਰ। ਸਭ ਕਹਿੰਦੇ ਪ੍ਰਮਾਤਮਾ ਰੂਪ, ਪ੍ਰਮਾਤਮਾ ਦਾ ਜਿਹੜਾ ਰੂਪ ਹੈ ਨਾ, ਉਹ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ, ਗੁਰੂ ਜੀ ਨੂੰ ਸਮਰਪਿਤ ਆਪਣਾ ਜੀਵਨ ਕਰਕੇ। ਸਾਡਾ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ, ਸ਼ਬਦ ਗੁਰੂ। ਸਤਿਗੁਰੂ ਗੁਰੂ ਸ਼ਬਦ ਨੂੰ ਆਪਣੀ ਆਤਮਾ ਨੂੰ ਸਮਰਪਿਤ ਕਰ, ਤੇ ਆਤਮਾ ਨੂੰ ਪਵਿੱਤਰ ਕਰਨ ਵਾਲਾ ਗੁਰੂ ਇੱਕ ਐਸਾ ਸਰੋਵਰ ਹੈ ਜਿਹਦੇ ਵਿੱਚ ਇਸ਼ਨਾਨ ਕੀਤਿਆਂ
ਮਨ ਨਿਰਮਲ ਹੋ ਜਾਂਦਾ ਹੈ, ਜਿਹਦੇ ਵਿੱਚ ਵਿਕਾਰਾਂ ਦੀ ਮੈਲ ਇਸ ਮਨ ਤੋਂ ਲੱਥ ਜਾਂਦੀ ਹੈ, ਜਿਹਦੇ ਉੱਤੇ ਇਸ਼ਨਾਨ ਕੀਤਿਆਂ ਮਨ ਦੇ ਉੱਤੇ ਪਵਿੱਤਰਤਾ ਚੜ੍ਹ ਜਾਂਦੀ ਹੈ। ਅਤੇ ਮਨ ਤੋਂ ਜਦੋਂ ਮੈਲ ਲੱਥਦੀ ਹੈ ਨਾ, ਤੇ ਫਿਰ ਕੀ ਹੁੰਦਾ ਹੈ? ਦਰਗਹਿ ਪਾਵੈ ਦਰਗਹਿ ਮਾਨ, ਫਿਰ ਪ੍ਰਮਾਤਮਾ ਦੀ ਹਾਜ਼ਰੀ ਦੇ ਵਿੱਚ ਆਦਰ ਹਾਸਲ ਹੁੰਦਾ ਹੈ। ਇਸ ਸੰਸਾਰ ਦੇ ਵਿੱਚ ਵੀ ਫਿਰ ਉਸ ਮਨੁੱਖ ਨੂੰ ਸਤਿਕਾਰ ਆਦਰ ਮਿਲਦਾ ਹੈ, ਅਤੇ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਵੀ ਫਿਰ ਉਸ ਨੂੰ ਪਿਆਰ ਮਿਲਦਾ ਹੈ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਇਸ ਪਾਵਨ ਸ਼ਬਦ ਦਾ ਹੈ, 3 ਤੁਕਾਂ ਦਾ ਇਹ ਪਹਿਲਾ ਬੰਦ ਹੈ, ਕਿਉਂਕਿ ਸ੍ਰੀ ਰਾਗ ਦੀ ਜਿਤਨੀ ਚਾਲ ਹੈ ਇਹ ਸਾਰੀ 3-3 ਤੁਕਾਂ ਦੇ ਇੱਕ ਬੰਦ ਦੀ ਹੈ। ਪਰ ਆਪਾਂ ਵਿਚਾਰ ਕਰ ਰਹੇ ਹਾਂ, ਇਸ ਕਰਕੇ ਇੱਕ ਸ਼ਬਦ ਨੂੰ ਖੋਲ੍ਹ ਕੇ ਜਿੰਨਾ ਇਸ ਸ਼ਬਦ ਨੂੰ ਖੋਲਾਂਗੇ ਨਾ, ਜਿੰਨੀ ਆਪਾਂ ਕਈ ਵਾਰੀ ਦੇਖੋ ਆਪਾਂ ਰੋਟੀ ਖਾਂਦੇ ਹਾਂ ਨਾ, ਭੋਜਨ ਖਾਂਦੇ ਹਾਂ, ਜਿੰਨਾ ਪਿਆਰ ਨਾਲ ਖਾਵਾਂਗੇ ਉਹਨਾਂ ਅੰਦਰ ਖੁਰਾਕ ਬਣ ਕੇ ਸਾਡੇ ਅੰਦਰ ਅਸਰ ਕਰੇਗਾ। ਪਰ ਜੇ ਕਾਹਲੀ ਕਾਹਲੀ ਖਾਵਾਂਗੇ ਉਹ ਸਰੀਰ ਵਿੱਚ ਨੁਕਸਾਨ ਪੈਦਾ ਕਰੇਗਾ। ਇਵੇਂ ਹੀ ਅੱਜ ਬਾਣੀ ਧਰਮ ਕਾਹਲੀ ਕਾਹਲੀ ਪੜ੍ਹਿਆ ਜਾ ਰਿਹਾ ਹੈ, ਜਿਹਦਾ ਅਸਰ ਨਹੀਂ ਸਾਡੇ ਜੀਵਨ 'ਤੇ ਨਜ਼ਰ ਆ ਰਿਹਾ, ਕਿਉਂਕਿ ਅਸੀਂ ਬੱਧਾ ਚੱਟੀ ਪੜ੍ਹ ਰਹੇ ਹਾਂ। ਪਰ ਜੇ ਅਸੀਂ ਪਿਆਰ ਦੇ ਨਾਲ ਇੱਕ ਸ਼ਬਦ ਨੂੰ ਖੋਲ੍ਹ ਕੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਦੀ ਅਦਬ ਭਾਵਨਾ ਵਿੱਚ ਰਹਿ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਇਹ ਸ਼ਬਦ ਹਿਰਦੇ ਦੇ ਵਿੱਚ ਪਿਆਰ ਪੈਦਾ ਜਾਵੇਗਾ। ਮੈਨੂੰ ਅੱਜ ਗੁਰੂ ਸਤਿਗੁਰ ਦੇ ਨਾਲ ਸਾਂਝ ਪੈ ਜਾਵੇਗੀ। ਅੱਜ ਮੇਰੇ ਸਤਿਗੁਰ ਦੇ ਅੰਦਰ ਦਾ ਪਿਆਰ ਪ੍ਰੀਤ ਜਿਹੜੀ ਹੈ ਨਾ, ਉਹ ਇਤਨੀ ਉੱਪਰ ਹੋ ਜਾਵੇਗੀ ਕਿ ਮੇਰੇ ਨੇਤਰਾਂ ਉੱਤੇ ਪਈ ਹੋਈ ਮਾਇਆ ਦੀ ਮੈਂ ਮੇਰੀ ਦੀ ਜਿਹੜੀ ਹਰ ਵਕਤ ਹੰਕਾਰ ਦੀ ਪਰਤ ਹਟ ਜਾਵੇਗੀ। ਅਤੇ ਸਤਿਗੁਰੂ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂਪੇਰੀ, ਅਤੇ ਇਹ ਅੱਖਾਂ ਫਿਰ ਨਿਰਮਲ ਹੋ ਜਾਣਗੀਆਂ, ਸਾਰਿਆਂ ਵਿੱਚ ਵਸਦਾ ਪ੍ਰਮਾਤਮਾ ਨਜ਼ਰ ਆਉਣ ਲੱਗ ਪਵੇਗਾ। ਹੁਣ ਇਹ ਪਾਵਨ ਪਹਿਲਾ ਬੰਦ ਇਸ ਪਾਵਨ ਸ਼ਬਦ ਦਾ, ਇਹ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨ। ਲੋਭੇ ਦਾ ਅਰਥ ਹੈ ਲੋਭ ਵਿੱਚ ਹੀ, ਮਨੋ ਮਨ ਨੂੰ ਸੰਬੋਧਨ ਕੀਤਾ ਹੈ। ਲਭਾਨ ਅੱਖਰ ਲੱਲਾ ਦੇ ਨਾਲ ਤੇ ਲੱਗਾ 2 ਲਗਾਂ ਹਨ। ਜਿਹੜਾ ਆਪਾਂ ਅੱਖਰ ਲੱਲਾ ਵੇਖਦੇ ਹਾਂ ਇਹਦੇ ਨਾਲ 2 ਲਗਾਂ ਹਨ, ਥੱਲੇ ਔਂਕੜ ਹੈ, ਉੱਪਰ ਹੋੜਾ ਹੈ। ਜਦੋਂ ਲੋਭਾਨ ਪੜ੍ਹਦੇ ਹਾਂ, ਇਹ ਸ਼ਬਦ ਨੂੰ ਪੂਰਨ ਤਰੀਕੇ ਨਾਲ ਮਾਪ ਪੈਮਾਨੇ ਵਿੱਚ ਰੱਖਣ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਨ ਸਨ। ਗ੍ਰੈਮਟਿਕ ਪੱਖ ਤੋਂ ਵੀ ਹਰ ਪੱਖ ਤੋਂ ਬਹੁਤ ਉੱਚੀ ਸੁਰਤ ਦੇ ਮਾਲਕ ਸਨ। ਉਹਨਾਂ ਵਰਗੀ ਸਾਡੀ ਸੋਚ ਹਜੇ ਹੋ ਨਹੀਂ ਸਕਦੀ, ਕਿਉਂਕਿ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਉਹਨਾਂ ਵਰਗਾ ਬਣਨ ਦੀ। ਬੜਾ ਕੁਝ ਸੋਚਣਾ ਪਏਗਾ, ਬੜਾ ਆਪਣੇ ਆਪ ਨੂੰ ਘੋਖਣਾ ਪਏਗਾ। ਗੁਰਬਾਣੀ ਦੀ ਪੜਚੋਲ ਬਹੁਤ ਡੂੰਘੀ, ਆਪਾਂ ਤੇ ਹਜੇ ਇੱਕ ਤਾਰੂ ਵੀ ਨਹੀਂ। ਆਪਣੇ ਵਰਗੇ ਤੇ ਮੇਰੇ ਵਰਗੇ ਤੇ ਹਜੇ ਸਮੁੰਦਰ ਰੂਪੀ ਦੇ ਕਿਨਾਰੇ ਤੇ ਘੁੰਮ ਰਹੇ ਨੇ। ਬੜਾ ਡੂੰਘਾ ਹੈ। ਜਿਹਨੂੰ ਸਤਿਗੁਰੂ ਡੂੰਘੇ ਚੁੱਭੀ ਲਾਉਣ ਬਖਸ਼ ਦੇਵੇ ਨਾ, ਉਹ ਜਿਹਨੂੰ ਚੁੱਭੀ ਲਾਉਣੀ ਆ ਜੇ, ਉਹ ਬਹੁਤ ਕੁਝ ਲੱਭ ਲਿਆਉਂਦਾ ਹੈ। ਆਪਾਂ ਤੇ ਕਿਨਾਰੇ ਤੇ ਜੇ ਘੁੰਮ ਰਹੇ ਹਾਂ। ਸਾਹਿਬ ਕਹਿੰਦੇ ਨੇ ਇਹ ਜਿਹੜਾ ਮਨ ਆ ਨਾ, ਇਹ ਮੂਰਖ ਲੋਭੀ ਮਨ, ਪਤਾ ਤੂੰ ਕੀ ਕਰ ਰਿਹਾ ਹੈ? ਹਰ ਵਕਤ ਲਾਲਚ ਦੇ ਵਿੱਚ, ਲੋਭ ਦੇ ਵਿੱਚ ਹੀ ਫਸਿਆ ਪਿਆ ਹੈ। ਹਰ ਵਕਤ ਮਾਇਆ ਦੀ ਬੋਲੀ ਹੀ ਬੋਲ ਰਿਹਾ ਹੈ। ਇਹ ਮਨੋ ਮੂਰਖ ਲੋਭੀਆ, ਹੇ ਮੂਰਖ ਮਨ, ਲੋਭੀ ਮਨ, ਲਾਲਚੀ ਮਨ, ਲੋਭੈ ਲਗਾ ਲੋਭਾਨ। ਤੇ ਸਦਾ ਲੋਭ ਦੇ ਵਿੱਚ ਹੀ ਤੂੰ ਲੁਭਾਏਮਾਨ ਰਹਿਣਾ ਹੈ, ਲੋਭ ਵਿੱਚ ਹੀ ਫਸਿਆ ਰਹਿਣਾ ਹੈ। ਹਰ ਰਿਸ਼ਤਾ ਤੂੰ ਸਵਾਰਥ ਤੇ ਰੱਖਿਆ ਹੈ, ਹਰ ਰਿਸ਼ਤਾ ਤੂੰ ਲਾਲਚ ਤੇ ਰੱਖਿਆ ਹੈ, ਹਰ ਰਿਸ਼ਤਾ ਤੂੰ ਉਹਦੇ ਵਿੱਚ ਕੁਝ ਭਾਲਦਾ ਹੈ। ਜੇ ਮੈਨੂੰ ਕਿਸੇ ਨਾਲ ਮਤਲਬ ਹੈ ਤੇ ਮੈਂ ਉਹਨੂੰ ਪਿਆਰ ਦੇ ਨਾਲ ਆਪਣਾ ਕਹੂੰਗਾ, ਜੇ ਮੈਨੂੰ ਕਿਸੇ ਨਾਲ ਮਤਲਬ ਨਹੀਂ, ਮੈਨੂੰ ਫਤਿਹ ਵੀ ਨਹੀਂ ਬੁਲਾਵਾਂਗਾ, ਕਿਉਂਕਿ ਮੈਂ ਲੋਭੀ ਹਾਂ, ਲਾਲਚੀ ਹਾਂ। ਜਿੱਦਣ ਲਾਲਚ ਹਿਰਦੇ ਵਿੱਚ ਹੋਵੇਗਾ ਨਾ, ਉਹ ਮਨੁੱਖ ਹਮੇਸ਼ਾ ਹੀ ਸਵਾਰਥੀ ਹੋਵੇਗਾ। ਉਹਦੇ ਅੰਦਰ ਕਦੀ ਵੀ ਆਤਮਿਕ ਸੁੱਖ ਸ਼ਾਂਤੀ ਨਹੀਂ ਮਿਲੇਗੀ। ਸ਼ਬਦ ਨਾ ਭੀਜੈ ਸਾਕਟਾ, ਉਹਦੀ ਨਿਸ਼ਾਨੀ ਕੀ ਹੈ? ਐਸਾ ਸਾਕਟ ਮਨੁੱਖ ਕਦੀ ਵੀ ਗੁਰੂ ਸ਼ਬਦ ਵਿੱਚ ਨਹੀਂ ਭਿੱਜੇਗਾ। ਸਤਿਗੁਰੂ ਜੀ ਨੇ ਖਿਆਲ ਕਿਹਾ ਗੁਰੂ ਸ਼ਬਦ ਵਿੱਚ। ਕਹਿੰਦੇ ਇੱਕ ਦਿਨ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਨੇ, ਤੇ ਪਾਣੀ ਦੇ ਵਿੱਚ ਹੱਥ ਪਾਇਆ ਤੇ ਇੱਕ ਪੱਥਰ ਪਿਆ ਸੀ। ਸਤਿਗੁਰੂ ਜੀ ਦੇ ਸਾਹਮਣੇ ਰੱਖ ਦਿੱਤਾ ਮਰਦਾਨਾ ਜੀ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਮਰਦਾਨਿਆਂ ਦੱਸ, ਇਹ ਪੱਥਰ ਅੰਦਰੋਂ ਗਿੱਲਾ ਹੋਵੇਗਾ? ਹੁਣ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਜਾਣੋ, ਪਰ ਮੈਨੂੰ ਇੰਝ ਲੱਗਦਾ ਹੈ ਕਿ ਇਤਨੇ ਸਮੇਂ ਤੋਂ ਇਹ ਪੱਥਰ ਪਾਣੀ ਦੇ ਵਿੱਚ ਪਿਆ ਹੈ, ਗਿੱਲਾ ਹੋਵੇਗਾ। ਸਤਿਗੁਰੂ ਕਹਿੰਦੇ ਤੋੜ ਕੇ ਦੇਖਦੇ ਹਾਂ, ਤੋੜਿਆ ਅੰਦਰੋਂ ਸੁੱਕਾ। ਸਤਿਗੁਰੂ ਕਹਿੰਦੇ ਸਾਕਟ ਮਨੁੱਖ ਦੀ ਇਹੀ ਹਾਲਤ ਹੈ। ਕਹਿੰਦੇ ਉਹ ਗੁਰਦੁਆਰੇ ਵਿੱਚ ਵੀ ਜਾਵੇਗਾ, ਮੰਦਰਾਂ ਵਿੱਚ ਜਾਵੇਗਾ, ਧਾਰਮਿਕ ਜਗ੍ਹਾ 'ਤੇ ਜਾਵੇਗਾ, ਬਹੁਤ ਮੱਥੇ ਟੇਕੇਗਾ, ਮਾਲਾਵਾਂ ਫੇਰੇਗਾ, ਧਾਰਮਿਕ ਕਰਮ ਕਰੇਗਾ, ਮੰਤਰ ਪੂਜਾ ਕਰੇਗਾ,
ਪਰ ਅੰਦਰੋਂ ਪਤਾ ਕੀ ਹੋਵੇਗਾ, ਮਨਮੁਖ ਪੱਥਰ ਸੈਲ ਹੈ, ਮਨਮੁਖ ਪੱਥਰ ਦੀ ਨਿਆਈ ਹੈ, ਤ੍ਰਿਗ ਜੀਵਨ ਫੀਕਾ, ਧਿਕਾਰ ਹੈ ਸਾਰੀ ਉਮਰ ਫਿੱਕਾ ਹੀ ਰਿਹਾ ਅੰਦਰੋਂ। ਕੇਤਾ ਰੱਖੀਏ ਅਬ ਅੰਤਰ ਸੁੱਕਾ, ਭਾਵੇਂ ਸਾਰੀ ਉਮਰ ਪਾਣੀ ਦੇ ਵਿੱਚ ਰੱਖ ਛੱਡੋ, ਅੰਦਰੋਂ ਸੁੱਕਾ ਹੀ ਰਹੇਗਾ। ਆਪਣੇ ਅੰਦਰ ਝਾਤੀ ਮਾਰ ਕੇ ਆਪਾਂ ਨਾਲ ਵੇਖਣੀ ਹੈ, ਇਹ ਹਾਲਤ ਕਿਤੇ ਸਾਡੀ ਤੇ ਨਹੀਂ, ਕਿਤੇ ਅਸੀਂ ਵੀ ਅੰਦਰੋਂ ਦੁਰਮਤ ਦੇ ਭਰੇ ਤੇ ਨਹੀਂ। ਸ਼ਬਦ ਨਾ ਭੀਜੈ ਸਾਕਤਾ, ਜਿਹੜੇ ਸ਼ਬਦ ਦੇ ਵਿੱਚ ਨਹੀਂ ਭਿੱਜੇ ਐਸੇ ਸਾਕਤ ਮਨੁੱਖ ਦੁਰਮਤ ਆਵਣ ਜਾਣ। ਆਪਣੀ ਦੁਰਮਤ ਹੁੰਦਾ ਭੈੜੀ ਮਤ, ਆਪਣੀ ਮਾੜੀ ਮਤ ਦੇ ਪਿੱਛੇ ਲੱਗ ਕੇ। ਭੈੜੀ ਮਤ ਕੀ ਹੈ? ਹਰ ਵਕਤ ਬੁਰਾ ਸੋਚਣਾ, ਠੱਗੀ ਸੋਚਣੀ, ਬੇਈਮਾਨੀ ਸੋਚਣੀ, ਫਰੇਬ ਸੋਚਣਾ, ਝੂਠ ਸੋਚਣਾ, ਹਮੇਸ਼ਾ ਦੂਜੇ ਨੂੰ ਠਿੱਬੀ ਲਾਉਣ ਬਾਰੇ ਸੋਚਣਾ, ਇਹ ਦੁਰਮਤ ਹੈ। ਤੇ ਐਸੇ ਮਨੁੱਖ ਦੇ ਅੰਦਰ ਸਦਾ ਦੁਰਮਤ ਵਿਚਾਰਾਂ ਆਉਂਦੀਆਂ ਰਹਿੰਦੀਆਂ ਨੇ ਤੇ ਉਹ ਸਦਾ ਹੀ ਜਾਨਵਰਾਂ ਵਰਗੀਆਂ ਜੋਨਾਂ ਦੇ ਵਿੱਚ ਜੰਮਣ ਮਰਨ ਵਿੱਚ ਪਿਆ ਰਹਿੰਦਾ ਹੈ। ਨਿਤ ਆਤਮਿਕ ਮੌਤ ਮਰਦਾ ਹੈ, ਨਿਤ ਆਤਮਿਕ ਜੀਵਨ ਜਿਉਂਦਾ ਹੈ, ਬਾਰ-ਬਾਰ ਮਰਦਾ ਹੈ, ਬਾਰ-ਬਾਰ ਜਿਉਂਦਾ ਹੈ, ਆਪਣੀਆਂ ਸਵਾਸਾਂ, ਆਪਣੀਆਂ ਆਸ਼ਾਵਾਂ ਦੇ ਵਿੱਚ, ਆਪਣੀਆਂ ਮਨਸ਼ਾਵਾਂ ਵਿੱਚ, ਕਦੀ ਭੈੜੇ ਇਰਾਦਿਆਂ ਦੇ ਵਿੱਚ, ਕਿਉਂਕਿ ਹਿਰਦੇ ਦੇ ਵਿੱਚ ਪਿਆਰ ਭਾਵਨੀ ਜੀਵਨ ਵਿੱਚ ਕਿਤੇ ਨਹੀਂ ਵਸਦੀ। ਤਾਂ ਸਤਿਗੁਰੂ ਜੀ ਕਹਿੰਦੇ ਹਾਂ, ਸੁਧਰ ਸਕਦਾ ਹੈ ਐਸਾ ਜੀਵਨ। ਐਸਾ ਜੀਵਨ ਸੁਧਰ ਸਕਦਾ ਹੈ ਕਿਵੇਂ? ਸਾਧੂ ਸਤਿਗੁਰੂ ਜੇ ਮਿਲੈ। ਸਾਧੂ ਕੌਣ? ਸੱਚਾ ਗੁਰੂ, ਗੁਰੂ ਸ਼ਬਦ, ਸਤਿਗੁਰੂ। ਸਤਿਗੁਰੂ ਰੂਪੀ ਗੁਰੂ ਜੇ ਮਿਲ ਜਾਵੇ ਤਾਂ ਪਾਈਐ ਗੁਣੀ ਨਿਧਾਨ। ਤਾਂ ਗੁਣਾਂ ਦਾ ਨਿਧਾਨ ਦਰ ਤੇ ਟ੍ਰੇਜ਼ਰ, ਖਜ਼ਾਨਾ, ਤਾਂ ਗੁਣਾਂ ਦਾ ਖਜ਼ਾਨਾ ਗੁਰਸਿੱਖ ਨੂੰ ਲੱਭ ਸਕਦਾ ਹੈ ਤੇ ਆਪਣੇ ਹਿਰਦੇ ਦੇ ਅੰਦਰ ਸੱਚ ਦਾ ਪ੍ਰਗਾਸ ਹੋ ਸਕਦਾ ਹੈ। ਮਨ ਰੇ ਹਉਮੈ ਛੋੜ ਗੁਮਾਨ। ਹੇ ਮੇਰੇ ਮਨ, ਕਿਉਂ ਆਪਣੀਆਂ ਸਿਆਣਪਾਂ ਵਿਖਾਉਂਦਾ ਰਹਿੰਦਾ ਹੈ? ਛੱਡ ਪਰੇ ਆਪਣੀਆਂ ਸਿਆਣਪਾਂ ਨੂੰ, ਆਪਣੇ ਅਹੰਕਾਰ ਨੂੰ, ਆਪਣੇ ਹਉਮੈ ਨੂੰ। ਹਰ ਗੁਰ ਸਰਵਰ ਸੇਵ ਤੂੰ ਭਾਵੇਂ ਦਰਗਹਿ ਮਾਨ। ਪਰਮਾਤਮਾ ਰੂਪੀ ਸਮੁੰਦਰ ਨੂੰ ਸਰੋਵਰ ਦੇ ਵਿੱਚ ਚੁੱਭੀ ਲਾ, ਗੁਰੂ ਸ਼ਬਦ ਰੂਪੀ ਸਰੋਵਰ ਦੇ ਵਿੱਚ ਚੁੱਭੀ ਲਾ। ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਆਪਣੀ ਆਤਮਾ ਨੂੰ ਪਵਿੱਤਰ ਕਰ। ਇਸ ਤਰੀਕੇ ਨਾਲ ਪਰਮਾਤਮਾ ਦੀ ਹਾਜ਼ਰੀ ਤੈਨੂੰ ਮਿਲ ਸਕਦੀ ਹੈ। ਰਹਾਓ। ਅਗਲਾ ਬੰਦ ਹੈ, ਰਾਮ ਨਾਮ ਜਪ ਦਿਨ ਸਰਾਤ। ਰਾਮ ਪਰਮਾਤਮਾ ਨੂੰ ਸੰਬੋਧਨ ਹੈ, ਅਯੋਧਿਆ ਪਤੀ ਨੂੰ ਨਹੀਂ ਗੀ ਇੱਥੇ ਗੱਲ, ਇੱਥੇ ਰਾਮ ਪਰਮਾਤਮਾ ਨੂੰ ਸੰਬੋਧਨ ਹੈ। ਰਾਮ ਨਾਮ ਮਮੇ ਥੱਲੇ ਔਂਕੜ ਹੋਣ ਕਰਕੇ ਇੱਕ ਵਚਨ ਹੈ, ਪਰਮਾਤਮਾ ਦੀ ਬਾਤ ਚੱਲ ਰਹੀ ਹੈ। ਰਾਮ ਨਾਮ ਜਪ, ਕੀ ਕਰ? ਪਰਮਾਤਮਾ ਦੇ ਹੁਕਮ ਨੂੰ ਜਪ, ਪਰਮਾਤਮਾ ਨੂੰ ਹੀ ਚੇਤੇ ਕਰ। ਕਿਉਂ ਭਲਾ ਬਾਰ-ਬਾਰ, ਕਿਉਂ ਸ਼ਬਦ ਦੇ ਵਿੱਚ ਗੱਲ ਸਮਝਣੀ ਹੈ, ਬਾਰ-ਬਾਰ ਕਿਉਂ ਇਹ ਗੱਲ ਕਹੀ ਜਾਂਦੀ ਹੈ, ਰੱਬ ਨੂੰ ਜਪ, ਰੱਬ ਨੂੰ ਜਪ? ਕਿਉਂਕਿ ਰੱਬ ਇੱਕ ਪਾਵਰ, ਇੱਕ ਤਾਕਤ ਹੈ ਜਿਹਨੇ ਮੈਨੂੰ ਧਰਤੀ ਤੇ ਪੈਦਾ ਕਰਕੇ ਬਣਾ ਕੇ ਭੇਜਿਆ ਹੈ। ਜੇ ਉਹ ਪਰਮਾਤਮਾ ਮੇਰੇ ਸਵਾਸਾਂ 'ਚ, ਮੇਰੇ ਮਸਤਕ 'ਚ, ਮੇਰੀ ਜੀਭਾ 'ਤੇ ਹੋਵੇਗਾ ਤੇ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਨਾਲ ਮੇਰਾ ਪਿਆਰ ਬਣੇਗਾ। ਜੇ ਪਰਮਾਤਮਾ ਨਾਲ ਪਿਆਰ ਹੈ, ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਮੇਰਾ ਪਿਆਰ ਹੈ, ਪਰਮਾਤਮਾ ਦੇ ਬਣਾਏ ਹੋਏ ਸੰਸਾਰ ਨਾਲ ਮੇਰਾ ਪਿਆਰ ਹੈ, ਫਿਰ ਕੋਈ ਊਚ ਨੀਚ, ਕੋਈ ਜਾਤ ਪਾਤ ਵਾਲੀ ਗੱਲਾਂ ਜੀਵਨ 'ਚ ਨਹੀਂ ਰਹਿਣਗੀਆਂ। ਸੋ ਇਸੇ ਕਰਕੇ ਸਾਹਿਬ ਕਹਿੰਦੇ ਦਿਨ ਰਾਤ ਕੀ ਕਰਿਆ ਕਰ, ਪਰਮਾਤਮਾ ਦੇ ਹੁਕਮ ਨੂੰ, ਪਰਮਾਤਮਾ ਨੂੰ ਆਪਣੇ ਜੀਵਨ 'ਚ ਵਸਾਇਆ ਕਰ। ਗੁਰਮੁਖ ਹਰ ਧਨ ਜਾਨ। ਇੱਥੇ ਖੱਖੇ ਨੂੰ ਸਿਹਾਰੀ ਹੈ, ਗੁਰਮੁਖ ਭਾਵ ਗੁਰੂ ਦੀ ਸ਼ਰਨ ਵਿੱਚ ਪੈ ਕੇ। ਇੱਥੇ ਗੁਰਮੁਖ ਗੁਰੂ ਵਾਸਤੇ ਸੰਬੋਧਨ ਹੈ। ਗੁਰੂ ਦੀ ਸ਼ਰਨ ਵਿੱਚ ਪੈ ਕੇ ਹਰ ਧਨ ਜਾਨ, ਤੂੰ ਪਰਮਾਤਮਾ ਦੇ ਨਾਮ ਰੂਪੀ ਧਨ ਦੀ ਕਦਰ ਪਾ ਸਕਦਾ ਹੈ ਤੇ ਪਰਮਾਤਮਾ ਨੂੰ ਪ੍ਰਵਾਨ ਹੋ ਸਕਦਾ ਹੈ। ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਸਤਿਗੁਰੂ ਕੀ ਸਤ ਸੰਗਤ ਵਿੱਚ ਮਿਲ ਕੇ, ਗੁਰੂ ਸ਼ਬਦ ਦੀ ਵਿਚਾਰ ਨੂੰ ਸਮਝ ਕੇ, ਗੁਰੂ ਸ਼ਬਦ ਨੂੰ ਫੋਲੋ ਕਰਕੇ, ਜੀਵਨ ਵਿੱਚ ਸੱਚ ਨੂੰ ਟਿਕਾ ਕੇ ਪਰਮਾਤਮਾ ਨਾਲ ਸਾਂਝ ਪੈ ਜਾਂਦੀ ਹੈ ਤੇ ਸਾਰੇ ਆਤਮਿਕ ਆਨੰਦ ਫਿਰ ਐਸੇ ਗੁਰੂ ਕੇ ਸਿੱਖ ਨੂੰ ਪ੍ਰਾਪਤ ਹੋ ਜਾਂਦੇ ਨੇ। ਨਿਤ ਅਹਨਿਸ ਹਰ ਪ੍ਰਭ ਸੇਵਿਆ, ਸਤਿਗੁਰੂ ਦੀਆ ਨਾਮ। ਦੂਸਰਾ ਬੰਦ ਸਮਾਪਤੀ ਤੇ ਹੈ। ਨਿਤ ਤਤੇ ਨੂੰ ਸਿਹਾਰੀ ਹੈ, ਭਾਵ ਹਰ ਵਕਤ, ਨਿਤ ਅਹਨਿਸ ਹਰ ਸਮੇਂ, ਹਰ ਪ੍ਰਭ ਸੇਵਿਆ, ਪਰਿਪੂਰਨ ਪਰਮਾਤਮਾ ਦੀ ਸੇਵਾ ਕੀਤੀ, ਸਤਿਗੁਰੂ ਦੀਆ ਨਾਮ। ਤੇ ਸੱਚੇ ਸਤਿਗੁਰੂ ਜੀ ਤਰੁੱਠੇ, ਉਹਨਾਂ ਨੇ ਪਰਮਾਤਮਾ ਦਾ ਹੁਕਮ ਮੈਨੂੰ ਸਮਝਾ ਦਿੱਤਾ। ਜਿਸ ਮਨੁੱਖ ਦੇ ਉੱਪਰ ਫਿਰ ਸੱਚਾ ਗੁਰੂ ਦਇਆਵਾਨ ਹੋ ਜਾਵੇ, ਸ਼ਬਦ ਗੁਰੂ ਦੀ ਨੂੰ ਸਮਝ ਆਉਣ ਲੱਗ ਪਵੇ, ਸ਼ਬਦ ਗੁਰੂ ਦਾ ਪ੍ਰਕਾਸ਼ ਤੇ ਸ਼ਬਦ ਗੁਰੂ ਦੀ ਪਿਆਰ ਉਹਦੇ ਜੀਵਨ ਵਿੱਚ ਟਿਕ ਜਾਵੇ, ਉਹਦੇ ਹਿਰਦੇ ਅੰਦਰ ਫਿਰ ਪਤਾ ਦਿਨ ਰਾਤ
परमात्मा का सिमरन चलन लग पैंदा है। दिन रात उहदे अंदर परमात्मा की भगती चलन लग पैंदी है। सवास सवास उहदे जीवन विच परमात्मा ही हुंदा है। फिर वाहिगुरू तो बिना उन्होंने होर कोई नज़र ही नहीं आता, क्योंकि उहदे अंदर सवास सवास परमात्मा घर कर जाता है। उहदे रोम रोम च, अंग अंग च, उहदे नेत्रां दे विच, उहदे जीभा दे उत्ते, हुण जिहड़े ब्लड दे विच ही परमात्मा दा प्यार घर कर जावे ते ब्लड जिथे जिथे जाएगा उत्थे उत्थे शीतलता, शांति, प्यार, मिठास बनता जाएगा। नित ऐनिस हर प्रभ सेविया, सतगुरु दिया नाम। सच्चे सतगुरु की कृपा नाल परमात्मा का हुक्म जो जीवन च आ वसिया ते दिन रात हुण फिर परमात्मा ही जीवन विच है। हुण होर कोई लालच जीवन विच नहीं। कूकर कूड़ कमाई है, गुर निंदा पचै पहचान। लोभी मनुख की उदाहरण कुत्ते नाल दित्ती है, क्योंकि कुत्ते का सुभाਅ लालची है, कुत्ते का सुभाਅ ग्रीडी है। तो सतगुरु कहते ने जिहड़ा मनुख अपने लोभी मन के पिछे तुर पैंदा है ना, वो कुत्तियां वांग बुरकी बुरकी वास्ते दर दर ते खुआर हुंदा है। क्योंकि कुत्ते का सुभाਅ पता की है, उन्हें दर दर दे उत्ते ला अपना ध्यान रखना है, दर दर दे उत्ते भटकना है। सतगुरु ने सानू कूकर नहीं बनाया, सतगुरु ने सानू एक ही दर ते टिकाया। वो दर किहदा है? परमात्मा दा, अकाल पुरख दा, सच्चे गुरु शब्द दा। पर जे असी सतगुरु दा दर छड्ड के पीर दे दर ते जाके मत्था टेक दवे, कोई आखे जी मैं फलाने दर ते मेरी झोली भर जाऊ, कोई कहे मेरी फलानी दर ते जाके झोली भर जाऊ, फिर ते असी लालची कुत्ते वांगू हाँ, जिहड़े जगह जगह एक एक बुरकी वास्ते तड़फदा फिरदा है, ठोकरां खांदा फिरदा है। फिर साडी हालत उस कुत्ते दी नहीं आई है। ते सतगुरु कहंदे ने ऐ मनुख कुकर कूड़ कमाई है, गुर निंदा पचे पहचान। जिहड़ा मनुख अपने लोभी मन के पिछे तुरदा है, वो कुत्तियां वांग बुरकी बुरकी वास्ते दर दर ते खुआर हुंदा है, ते वो सदा माया वाली दौड़ भज ही करता रहिंदा है। इत्थों तक निगर जाता है कि वो गुरु वास्ते भी अपमानजनक शब्द बोल जाता है। वो गुरु वास्ते भी अपने मन विच प्यार भावनी नहीं रख पाउंदा, क्योंकि उहदी बोली दे विच खड़वाहट आ जाती है, उहदी खरवी बोली हुंदी है। वो सदा ही कौड़ा बोलता है, जिहदे अंदर लालच है, जिहदे अंदर बिरती माड़ी है, जिहदे अंदर लोभ लालच आ कर कीता है। पर मैं भूला दुख घणों चमार करै खुलहान। भरमें दा अर्थ भटक रहा है। नंबर 1 ते भटक रहा है, नंबर 2 ते भुल भी गया है। जदों ये भरम ते भटकना दे विच है, दुख घणों की होवेगा? फिर घना दुख ये जीवन च होवेगा, उत्ते सुख नहीं हो सकता। जिथे भरम, जिथे जीवन भरम जावे ते भुल भी जावे। हुण आपां एक रस्ते ते जा रहे हैं, बड़ा वधिया रस्ता है, बड़ा वधिया रस्ते ते अपनियां गल्लां बातां मित्रां दोस्तां भैणां भरावां नाल करदे जा रहे हैं। अचनचेत सानू रस्ता भुल गया, असी भरम च पै गए, किसी चौंक ते आ गए, भरम च पै के असी गलत बन्ने तुर पए, हुण भुल गए रस्ता। हुण कोई आले दुआले गल भी करदा है ना, वो भी चंगी नहीं लगदी, क्योंकि हुण दुख जीवन च है, दुख ये आ गया है, रस्ता भटक गया है, किते किते होर बन्ने ना तुर पईए, पता नहीं उत्थों दे लोग कैसे होणगे। हुण जीवन दे विच हर वक्त दुखीपन है। इवें ही नंबर 1 ते असी भरमे आ। भरमे कित्थों आ? सानू अपनी जिंदगी की मंजिल नहीं पता लग रही, असी कित्थे जाना है। नंबर 2 ते भुल गए आ किनू? सच्चे अकाल पुरख परमात्मा नू। हुण जदों परमात्मा नू भुल गए आ, मंजिल पर तो भरम गए आ, हुण दुख घणों, हुण नित जीवन दुखी है, सुखी नहीं है जीवन च। असी सोचते हाँ वड्डा महल खड़ा कर लिया, हुण बड़ा सुखी हाँ, वड्डी गड्डी घर आ गई, हुण बड़ी सुखी हाँ, हुण बड़ा वड्डा मैनू लोकी सलामा करते आ, गुरुद्वारे दा मैं प्रधान बन गया, जां कोई मैं चंगी कुर्सी हासिल कर ली है, बड़ा मैं सुखी हाँ। सतगुरु कहते किते कल्ला बह के कमरे विच झाती मार के वेखिया कर, धाहां मार मार के रोण नूं जी करू, क्योंकि अंदर दुख ही दुख भरे ने। जब मार करे खुलहान, अंदर जदों जमां दियां विकारां दियां चोटां वजदियां ने, अंदर कीते हुए कूड़ कबाड़े दी जदों मैल उगलदी है, ते जीवन भरम ते भुलेखे दे विच जीविया होया अंदर दुख नाल तैश नैश हो जाता है, ते जीवन दे विच गुज्जी मार पैण लग पैंदी है।
ਮਨਮੁਖ ਐਸਾ ਮਨ ਦੀ ਮੱਤ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਵੀ ਸੁੱਖ ਨਹੀਂ ਪਾ ਸਕਦਾ। ਗੁਰਮੁਖ ਸੁਖ ਸੁਭਾਨ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦੇ ਵੱਲ ਜਿਹਨੇ ਮੂੰਹ ਕਰ ਲਿਆ, ਜਿਹਨੇ ਗੁਰੂ ਸ਼ਬਦ ਦੀ ਕਮਾਈ ਕਰ ਲਈ, ਉਹ ਅਚਰਜ ਤੇ ਆਤਮਿਕ ਆਨੰਦ ਵਾਲਾ ਬਣ ਜਾਂਦਾ ਹੈ। ਉਹ ਸਦਾ ਖੇੜੇ ਵਿੱਚ ਰਹਿੰਦਾ ਹੈ, ਸਦਾ ਚਾਅ ਦੇ ਵਿੱਚ। ਉਹਦੇ ਚਿਹਰੇ ਦੇ ਉੱਤੇ ਨੂਰ ਰਹਿੰਦਾ ਹੈ, ਉਹਦੇ ਅੰਦਰ ਰੋਮ ਰੋਮ ਅੰਗ ਅੰਗ ਮਿਠਾਸ ਨਾਲ ਭਰਿਆ ਹੁੰਦਾ ਹੈ, ਕਿਉਂਕਿ ਉਹਨੂੰ ਕ੍ਰੋਧ ਹੀ ਨਹੀਂ ਚੜ੍ਹਦਾ। ਉਹਨੂੰ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਹੈ, ਕਿਸੇ ਨਾਲ ਕੋਈ ਈਰਖਾ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੱਕ ਵਾਰੀ ਪ੍ਰਿਥੀ ਚੰਦ ਮਹਾਦੇਵ ਮਹਾਦੇਵ ਜੀ ਮਿਲਣ ਆਏ। ਮਹਾਦੇਵ ਜੀ ਮਿਲਣ ਆਏ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੂੰ, ਤੇ ਸਤਿਗੁਰੂ ਜੀ ਬੈਠੇ ਨੇ, ਤੇ ਮਹਾਦੇਵ ਜੀ ਬੜੇ ਅਦਬ ਸਤਿਕਾਰ ਨਾਲ ਸਤਿਗੁਰੂ ਦਾ ਰੂਪ ਵੇਖ ਕੇ ਨਮਸਕਾਰ ਕੀਤੀ, ਤੇ ਬੜੇ ਪਿਆਰ ਨਾਲ ਆਪਣੇ ਵੀਰ ਨੂੰ ਮਿਲੇ। ਕਹਿੰਦੇ, ਵੀਰ ਮੇਰਿਆ, ਅੱਜ ਮੈਂ ਤੈਨੂੰ ਉਸ ਰੂਪ 'ਚ ਦੇਖਿਆ ਹੈ, ਬੜੀ ਸ਼ਾਂਤਮਈ ਚਿਹਰਾ ਹੈ ਤੇਰਾ, ਬਹੁਤ ਰੂਹਾਨੀ ਹੈ, ਕੀ ਹੈ ਤੇਰੇ ਅੰਦਰ, ਕੀ ਹੈ ਤੇਰੇ ਅੰਦਰ? ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਬੜੇ ਪਿਆਰ ਨਾਲ ਕਹਿੰਦੇ ਦਰਅਸਲ ਮਹਾਦੇਵ ਜੀ, ਆਪਾਂ ਇੱਕ ਹੀ ਅੰਮਾਂ ਦੇ ਜਾਏ ਹਾਂ। ਗੱਲ ਇੰਨੀ ਕਿ ਅੱਗੇ ਤੁਸੀਂ ਮੈਨੂੰ ਈਰਖਾ ਨਫ਼ਰਤ ਨਾਲ ਵੇਖਦੇ ਸੋ, ਅੱਜ ਤੁਸੀਂ ਪਿਆਰ ਨਾਲ ਵੇਖ ਰਹੇ ਹੋ। ਅੱਜ ਮੈਂ ਉਹੀ ਤੁਹਾਡਾ ਭਰਾ ਵਾਂ ਜਿਹਨੂੰ ਤੁਸੀਂ ਪਹਿਲਾਂ ਨਫ਼ਰਤ ਨਾਲ ਵੇਖਦੇ ਸੀ, ਇਸ ਕਰਕੇ ਤੁਹਾਨੂੰ ਉਹੋ ਜਿਹਾ ਨਜ਼ਰ ਆਉਂਦਾ ਸੀ। ਅੱਜ ਤੁਹਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਹੈ, ਤੁਸੀਂ ਮੈਨੂੰ ਉਸ ਨਜ਼ਰ ਨਾਲ ਵੇਖਿਆ ਹੈ, ਤੇ ਤੁਹਾਨੂੰ ਵੀ ਅੰਦਰ ਸ਼ਾਂਤੀ ਮਿਲੀ ਹੈ ਤੇ ਮੈਨੂੰ ਵੀ ਸ਼ਾਂਤੀ ਮਿਲੀ ਹੈ। ਵਾਈਬ੍ਰੇਸ਼ਨ ਦਾ ਅਸਰ ਬੜਾ ਜੇ ਅਸੀਂ ਮਨ ਵਿੱਚ ਕਿਸੇ ਵਾਸਤੇ ਮਾੜਾ ਸੋਚਾਂਗੇ ਨਾ, ਤੇ ਅਗਲਾ ਵੀ ਸਾਡੇ ਵਾਸਤੇ ਇਹੀ ਬਿਰਤੀ ਰੱਖੇਗਾ। ਕਿਤੇ ਪਿਆਰ ਅਪਣਾ ਕੇ ਵੇਖੋ, ਕਿਤੇ ਮਿਠਾਸ ਅਪਣਾ ਕੇ ਵੇਖੋ, ਕਿਤੇ ਝੁਕ ਕੇ ਵੇਖੋ, ਕਿਤੇ ਸਿਰ ਝੁਕਾ ਕੇ ਦੇਖੋ, ਕਿਤੇ ਨਿਮਰਤਾ ਦੇ ਬੋਲ ਬੋਲ ਕੇ ਵੇਖੋ, ਕਿਤੇ ਪ੍ਰੇਮ ਦੇ ਬਚਨ ਕਹਿ ਕੇ ਵੇਖੋ, ਕਿੰਨਾ ਜ਼ਿੰਦਗੀ ਆਤਮਿਕ ਆਨੰਦ ਤੇ ਖੇੜੇ ਨਾਲ ਭਰ ਜਾਂਦੀ ਹੈ। ਇੱਥੇ ਧੰਦ ਪਿਟਾਈ ਹੈ, ਸੱਚ ਲਿਖਤ ਪ੍ਰਵਾਨ। ਇੱਥੇ ਦਾ ਅਰਥ ਹੈ ਇਸ ਲੋਕ ਵਿੱਚ ਆ ਜਿਹੜਾ ਜਨਮ ਮਿਲਿਆ। ਧਨ ਦਾ ਅਰਥ ਜੰਜਾਲ, ਜਿਹੜੇ ਅਸੀਂ ਆਪਣੇ ਆਲੇ ਦੁਆਲੇ ਪਟਪਾਏ ਹਨ ਦੁਨੀਆ ਦੇ ਜੰਜਾਲਾਂ ਦੇ ਵਿੱਚ। ਪਟਾਈਏ ਦਾ ਅਰਥ ਹੈ ਖਚਤ। ਸਤਿਗੁਰੂ ਕਹਿੰਦੇ ਜਿਹੜਾ ਲੋਭੀ ਮਨੁੱਖ ਹੈ ਨਾ, ਉਹ ਇਸ ਦੁਨੀਆ ਦੇ ਜੰਜਾਲਾਂ ਦੇ ਵਿੱਚ ਸਦਾ ਹੀ ਖਚਤ ਰਹਿੰਦਾ ਹੈ, ਤੇ ਪ੍ਰਮਾਤਮਾ ਦੀ ਹਾਜ਼ਰੀ ਵਿੱਚ ਬਹਿਣ ਨੂੰ ਤਿਆਰ ਨਹੀਂ। ਅਸੀਂ ਵੇਖਦੇ ਹਾਂ ਗੁਰਦੁਆਰੇ 'ਚ ਅਸੀਂ ਕਿੰਨਾ ਕੁ ਚਿਰ ਬਵਾਂਗੇ, ਜਾਂ ਅਸੀਂ ਕਿਤੇ ਪਾਠ ਕਰਨ ਲੱਗੇ ਹਾਂ, ਗੁਰੂ ਗ੍ਰੰਥ ਸਾਹਿਬ ਗੁਰੂ ਦਰਪਣ ਲੈ ਕੇ ਬੈਠੇ ਹਾਂ ਤੇ ਸੋਚਿਆ ਇੱਕ ਸ਼ਬਦ ਦੀ ਵਿਚਾਰ ਕਰੀਏ, 2 ਮਿੰਟ ਨਹੀਂ ਬੈਠਾ ਜਾਂਦਾ, ਕਿਉਂਕਿ ਮਨ ਚੰਚਲ ਹੈ, ਮਨ ਨੂੰ ਗੰਦ ਪਸੰਦ ਹੈ, ਮਨ ਨੂੰ ਪਵਿੱਤਰਤਾ ਪਸੰਦ ਨਹੀਂ। ਕਿਉਂਕਿ ਕਾਂ ਦੀ ਖੁਰਾਕ ਗੰਦਗੀ ਵਿੱਚ ਚੁੰਝ ਮਾਰਨੀ ਹੈ, ਹੰਸ ਦੀ ਖੁਰਾਕ ਮੋਤੀ ਚੁਗਣਾ ਹੈ। ਹੁਣ ਮਨ ਨੂੰ ਹੰਸ ਬਣਾਉਣਾ ਹੈ, ਹੰਸ ਬਣਾਉਣਾ ਹੈ ਪ੍ਰੈਕਟਿਸ ਦੇ ਨਾਲ, ਗੁਰਬਾਣੀ ਨੂੰ ਸਮਝ ਕੇ। ਜਦੋਂ ਪ੍ਰੈਕਟਿਸ ਨਾਲ ਹੋਵੇਗਾ ਫਿਰ ਕੀ ਹੋਵੇਗਾ? ਫਿਰ ਅੰਦਰ ਪਿਆਰ ਪ੍ਰਭੂ ਦਾ ਪ੍ਰਵਾਨ ਹੋਣ ਲੱਗ ਪਵੇਗਾ, ਪਰਮਾਤਮਾ ਦੀ ਹਾਜ਼ਰੀ ਜਿਹੜੀ ਹੈ ਚੰਗੀ ਲੱਗਣ ਲੱਗ ਪਵੇਗੀ। ਤੇ ਇਹ ਮਨ ਜਿਹੜਾ ਪਹਿਲਾਂ ਮਾਇਆ ਦਾ ਸਿਮਰਨ ਕਰਦਾ ਸੀ, ਹੁਣ ਪਰਮਾਤਮਾ ਦੀ ਬੰਦਗੀ ਕਰੇਗਾ। ਹਰ ਸੱਜਣ ਗੁਰੂ ਸੇਵਦਾ, ਗੁਰੂ ਕਰਨੀ ਪ੍ਰਧਾਨ। ਗੁਰੂ ਕਰਨੀ, ਗੁਰੂ ਵਾਲੀ ਕਾਰ। ਸਤਿਗੁਰੂ ਕਹਿੰਦੇ ਗੁਰੂ ਅਸਲ ਮਿੱਤਰ ਪਰਮਾਤਮਾ ਦਾ ਸਿਮਰਨ ਕਰਦਾ ਹੈ। ਜਿਹੜਾ ਗੁਰੂ ਹੈ ਨਾ, ਉਹ ਅਸਲੀ ਬਾਤ ਜਿਹੜੀ ਹੈ ਨਾ, ਅਸਲੀ ਸੱਜਣ ਉਹਨੂੰ ਮੰਨਦਾ ਹੈ ਜਿਹੜਾ ਸਦਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਾ ਹੈ, ਤੇ ਹੋਰਨਾਂ ਨੂੰ ਵੀ ਪ੍ਰੇਰਣਾ ਕਰਦਾ ਹੈ, ਭਾਈ ਤੁਸੀਂ ਸੱਚ ਦੇ ਰਾਹ ਤੇ ਤੁਰੋ। ਹਰ ਸੱਜਣ ਗੁਰੂ ਸੇਵਦਾ, ਗੁਰ ਕਰਨੀ ਪ੍ਰਧਾਨ। ਤੇ ਗੁਰੂ ਜੀ ਦੀ ਦੱਸੀ ਹੋਈ ਕਾਰ ਤੇ ਤੁਰ ਕੇ। ਹੁਣ ਗੁਰੂ ਦੀ ਦੱਸੀ ਕਾਰ ਕਿਹੜੀ ਹੈ? ਗੁਰਬਾਣੀ। ਆਪਾਂ ਰੋਜ਼ ਪੜ੍ਹਦੇ ਹਾਂ ਨਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇੱਕ ਸ਼ਬਦ ਹੋਰ ਪੜ੍ਹਦੇ ਹਾਂ, ਸੇਵਕ ਸਿੱਖ ਪੂਜਨ ਸੁਭਾਵੈ, ਸਭ ਗਾਵੇਂ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ। ਗੁਰੂ ਦੀ ਆਗਿਆ ਨੂੰ ਮੰਨਣਾ ਹੈ, ਗੁਰੂ ਦੇ ਬਚਨਾਂ ਨੂੰ ਮੰਨਣਾ ਹੈ, ਗੁਰੂ ਦੇ ਕਹਿਣੇ ਨੂੰ ਮੰਨਣਾ ਹੈ। ਜਿੱਦਣ ਗੁਰੂ ਦੀ ਗੱਲ ਮੰਨਣ ਲੱਗ ਪਵੇ, ਹਰ ਸੱਜਣ ਗੁਰੂ ਸੇਵਦਾ, ਗੁਰ ਕਰਨੀ ਪ੍ਰਧਾਨ। ਸਤਿਗੁਰੂ ਉਸ ਨੂੰ, ਪਰਮਾਤਮਾ ਜੀ ਉਸ ਨੂੰ ਆਪਣਾ ਸੱਜਣ ਮੰਨਦੇ ਹਨ, ਮਿੱਤਰ ਮੰਨਦੇ ਹਨ, ਜੋ ਸਤਿਗੁਰੂ ਦੀ ਸੇਵਾ ਦੇ ਵਿੱਚ ਤੁਰਦਾ ਹੈ ਤੇ ਗੁਰੂ ਦੀ ਦੱਸੀ ਕਾਰ ਨੂੰ ਆਪਣੇ ਜੀਵਨ 'ਚ ਅਪਣਾਉਂਦਾ ਹੈ। ਗੁਰਮਤਿ ਦੇ ਗਾਡੀ ਰਾਹ ਤੇ ਤੁਰ ਕੇ ਪਰਮਾਤਮਾ ਨਾਲ ਸਾਂਝ ਪਾਉਂਦਾ ਹੈ। ਨਾਨਕ ਨਾਮ ਨਾ ਵਿਸਰੈ, ਕਰਮ ਸੱਚੈ ਨਿਸ਼ਾਨ। ਨਾਨਕ ਦੀ ਆਖਰੀ ਪੰਕਤੀ ਹੈ, 19ਵਾਂ ਸ਼ਬਦ ਹੈ ਅੱਜ ਦਾ। ਕਰਮ ਮੈਨੂੰ ਸਿਹਾਰੀ ਹੈ, ਬਖਸ਼ਿਸ਼ ਦੇ ਰਾਹੀਂ। ਇੱਥੇ ਸ਼ਬਦ ਬਖਸ਼ਿਸ਼ ਰੂਪ ਦੇ ਵਿੱਚ ਹੈ। ਕਹਿੰਦੇ, ਹੇ ਨਾਨਕ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ
ਜਿਸ ਮਨੁੱਖ ਦੀ ਮੱਤ ਉੱਤੇ ਨਿਰਮਲਤਾ ਹੀ ਆ ਜਾਵੇ, ਮਨੁੱਖ ਦੀ ਮੱਤ ਚੰਗਾ ਸੋਚਣ ਲੱਗ ਪਵੇ, ਉਹਦੇ ਅੰਦਰ ਦੇ ਵਿੱਚ ਬੈਠੇ ਹੋਏ ਸ਼ੁਭ ਗੁਣਾਂ ਦਾ ਜਿਹੜਾ ਲੇਖ ਆ ਨਾ ਉਹ ਉਗੜ ਜਾਂਦਾ ਹੈ। ਜਦੋਂ ਮੱਤ ਵਿੱਚ ਪ੍ਰਮਾਤਮਾ ਦਾ ਗਿਆਨ ਦਾ ਪ੍ਰਗਾਸ, ਗੁਰਬਾਣੀ ਦਾ ਗਿਆਨ ਦਾ ਪ੍ਰਗਾਸ, ਜਪਜੀ ਸਾਹਿਬ ਜੀ ਦੀ ਪਾਵਨ ਬਖਸ਼ਿਸ਼ ਦਾ ਪ੍ਰਗਾਸ ਹੋ ਜਾਂਦਾ ਹੈ। ਹੁਣ ਅਸੀਂ ਤਕਰੀਬਨ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਪਰ ਇਮਾਨਦਾਰੀ ਨਾਲ ਵਿਚਾਰ ਕੇ ਦੇਖੀਏ ਇੱਕ ਵੀ ਪੰਕਤੀ ਕਿਸ ਦੇ ਜੀਵਨ 'ਚ ਵਸੀ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਮੈਂ ਚਾਹੁੰਦਾ ਤੂੰ ਇੰਨਾ ਪਿਆਰਾ ਹੋਵੇਂ ਕਿ ਤੇਰੀ ਬੋਲੀ ਬੜੀ ਮਿੱਠੀ ਹੋਵੇ। ਸਤਿਗੁਰੂ ਜੀ ਕਹਿੰਦੇ ਮੈਂ ਚਾਹੁੰਦਾ ਤੇਰੇ ਕੋਲ ਦੁਕਾਨ ਜੱਤ ਦੀ ਹੋਵੇ, ਜੱਤ ਪਹਾਰਾਂ, ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ, ਕਿ ਅਸੀਂ ਜੱਤ ਉੱਚੇ ਸੁੱਚੇ ਕਿਰਦਾਰ ਨੂੰ ਆਪਣੀ ਦੁਕਾਨ ਬਣਾਇਆ ਹੈ। ਇਹ ਗੱਲਾਂ ਜਦੋਂ ਸਮਝ ਆਉਣ ਲੱਗ ਪਈਆਂ ਨਾ, ਉਦੋਂ ਨਾਨਕ ਨਦਰੀ ਨਦਰ ਨਿਹਾਲ, ਉਧਰ ਨਦਰ ਸਮਝੋ ਗੁਰੂ ਦੀ ਸਾਡੇ ਤੇ ਬਣ ਗਈ ਹੈ, ਮਿਹਰ ਗੁਰੂ ਦੀ ਹੋ ਗਈ ਹੈ, ਮਿਹਰ ਦੀ ਦ੍ਰਿਸ਼ਟੀ ਹੋ ਗਈ ਹੈ। ਨਾਨਕ ਨਾਮ ਨਾ ਵਿਸਰੈ, ਕਰਮ ਸੱਚਾ ਨਿਸ਼ਾਨ। ਕਹਿੰਦੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਫਿਰ ਬਖਸ਼ਿਸ਼ ਹੋ ਗਈ, ਉਹਨਾਂ ਦੀ ਮੱਤ ਨਿਰਮਲ ਹੋ ਗਈ, ਮੱਤ ਦੇ ਵਿੱਚ ਪਵਿੱਤਰਤਾ ਆ ਗਈ। ਹੁਣ ਮੱਤ ਦੁਰਮਤ ਨਹੀਂ ਗਈ, ਮੱਤ ਮੈੜੀ ਨਹੀਂ ਸੋਚਦੀ। ਪਹਿਲੀ ਪੰਕਤੀ ਸੀ ਜਿਹੜਾ ਮਨ ਲੋਭ ਲੁਭਾਨ ਵਿੱਚ ਪੈ ਕੇ ਦੁਰਮਤ ਸੋਚ ਰਿਹਾ ਸੀ, ਹੁਣ ਮਨ ਗੁਰੂ ਦੇ ਪਿੱਛੇ ਲੱਗ ਕੇ ਗੁਰਮਤ ਸੋਚ ਰਿਹਾ ਹੈ, ਤੇ ਹੁਣ ਗੁਰਮਤ ਦੀ ਸੋਚ ਪਵਿੱਤਰ ਹੋ ਗਈ ਹੈ, ਸਾਰਿਆਂ ਦਾ ਭਲਾ ਲੋਚਦਾ ਹੈ। ਸੋ ਅੱਜ ਦਾ ਇਹ ਪਾਵਨ ਸ਼ਬਦ 19 ਨੰਬਰ ਸ਼ਬਦ ਸ਼੍ਰੀ ਰਾਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਫੇਸਬੁੱਕ ਲਾਈਵ ਆਡੀਓ ਦੇ ਰਾਹੀਂ ਹਰ ਰੋਜ਼ 4:30 ਵਜੇ ਗੁਰਬਾਣੀ ਦੀ ਵਿਚਾਰ ਲੈ ਕੇ ਆਪ ਜੀ ਕੇ ਸਨਮੁਖ ਹਾਜ਼ਰ ਹੁੰਦੇ ਹਾਂ। 20-25 ਮਿੰਟ ਦੇ ਕੋਈ ਵਿਦਵਾਨ ਨਹੀਂਗਾ, ਮੈਂ ਤੇ ਸਿਰਫ ਗੁਰਬਾਣੀ ਦਾ ਪਿਆਰ ਲੈਣਾ ਚਾਹੁੰਦਾ, ਸਿੱਖਣਾ ਚਾਹੁੰਦਾ, ਤਾਂ ਕਿ ਆਪਾਂ ਰਲ ਮਿਲ ਕੇ ਗੁਰਬਾਣੀ ਨੂੰ ਸਿੱਖੀਏ। ਇਹ ਤੋਂ ਵੀ ਬੜੀ ਡੂੰਘੀ ਵਿਚਾਰ ਹੈ, ਮੈਂ ਤੇ ਸਿਰਫ ਇੱਕ ਚੁਟਕੀ ਮਾਤਰ ਵੀ ਨਹੀਂ ਭਰ ਸਕਿਆ ਇੱਥੋਂ। ਹੋ ਸਕਦਾ ਕਿਸੇ ਕੋਲ ਚਮਚਿਆਂ ਜਿੰਨਾ ਗੁਰਮਤ ਦਾ ਗਿਆਨ ਹੋਵੇ, ਕੋਈ ਕੜਛੀਆਂ ਭਰ ਕੇ ਬੈਠਾ ਹੋਵੇ, ਕੋਈ ਵੱਡੇ ਵੱਡੇ ਕਟੋਰੇ, ਕੋਈ ਵੱਡੇ ਵੱਡੇ ਭਾਂਡੇ ਭਰ ਕੇ ਬੈਠਾ ਹੋਵੇ। ਮੈਨੂੰ ਇੱਕ ਨੌ ਜਿੰਨਾ ਆਪਣੇ ਬਰਾਬਰ ਵੀ ਸਮਝ ਲਿਓ। ਮੈਂ ਸਿਰਫ ਇੰਨਾ ਚਾਹੁੰਦਾ ਤੁਸੀਂ ਅਸੀਸ ਦਿਓ, ਤਾਂ ਕਿ ਆਪਾਂ ਰਲ ਮਿਲ ਕੇ ਜਿਹੜਾ ਇਹ ਪ੍ਰੋਗਰਾਮ ਚਾਲੂ ਕੀਤਾ ਹੈ, ਰੋਜ਼ਾਨਾ ਇਸ ਵਕਤ ਹਾਜ਼ਰੀ ਭਰੀਏ। ਰੋਜ਼ਾਨਾ 4:30 ਵਜੇ ਇੰਡੀਆ ਦੇ ਟਾਈਮ ਦੇ ਮੁਤਾਬਕ ਆਪ ਦੇ ਨਾਲ ਲਾਈਵ ਗੁਰਬਾਣੀ ਵਿਚਾਰ ਕੀਤੀ ਜਾਂਦੀ ਹੈ। 19 ਨੰਬਰ ਸ਼ਬਦ ਸ਼੍ਰੀ ਰਾਗ ਦਾ ਅੱਜ ਵਿਚਾਰਿਆ ਹੈ। ਕੱਲ ਨੂੰ ਅਗਲਾ ਸ਼ਬਦ ਲੈ ਕੇ ਆਪ ਦੇ ਸਨਮੁਖ ਹਾਜ਼ਰ ਹੋਵਾਂਗੇ ਜੀ। ਤਦ ਤੱਕ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।